ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਨਿੱਘਾ ਸਵਾਗਤ ਕਰਦੀ ਹਾਂ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਦੇ ਛੋਂ ਜੀ। ਖਾਸ ਪ੍ਰੋਗਰਾਮ ਵੀਜ਼ਾ ਲਾਈਵ ਲੈ ਕੇ ਆ ਗਏ ਹਾਂ। ਸੋ ਵੀਜ਼ੇ ਨਾਲ ਜੁੜੀਆਂ ਹਮੇਸ਼ਾ ਇਸ ਪ੍ਰੋਗਰਾਮ ਰਾਹੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਖਾਸ ਸਵਾਲ ਜਿਹੜੇ ਤੁਹਾਡੇ ਨੇ ਤੁਸੀਂ ਕਾਲ ਕਰਕੇ ਪੁੱਛਦੇ ਹੋ ਜਾਂ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਕਮੈਂਟ ਕਰਕੇ ਪੁੱਛਦੇ ਹੋ, ਉਹਨਾਂ ਸਾਰੇ ਹੀ ਸਵਾਲਾਂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਇੱਕ ਵਾਰ ਫਿਰ ਤੋਂ ਖਾਸ ਚਰਚਾ ਕਰਨ ਲੱਗੇ ਹਾਂ ਜੀ। ਇਸ ਮੰਚ ਦੇ ਉੱਤੇ ਖਾਸ ਐਕਸਪਰਟ ਨੂੰ ਸੱਦਾ ਦਿੰਦੇ ਹਾਂ। ਸੋ ਅੱਜ ਮੰਚ ਦੇ ਉੱਪਰ ਸੱਦਾ ਨਹੀਂ ਦਿੱਤਾ, ਲੇਕਿਨ ਅੱਜ ਆਨਲਾਈਨ ਕਾਲ ਦੇ ਜ਼ਰੀਏ ਅਸੀਂ ਸੰਪਰਕ ਕੀਤਾ ਹੈ ਜੀ ਵੀਜ਼ਾ ਕਾਉਂਸਲ ਤੋਂ ਨਵਜੀਤ ਨਈਅਰ ਜੀ ਦੇ ਨਾਲ। ਸੋ ਸਰ ਹੁਣਾਂ ਦਾ ਸਵਾਗਤ ਕਰਦੇ ਹਾਂ ਤੇ ਜੇਕਰ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰਕੇ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਸੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਹਾਲ ਚਾਲ ਨੇ ਸਰ? ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਵੀਜ਼ਾ ਕਾਉਂਸਲ ਦੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਦਰਸ਼ਕਾਂ ਨੂੰ ਦੱਸ ਦਈਏ ਵੀ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਤੋਂ ਇਲਾਵਾ ਕੈਨੇਡਾ ਜਾਣਾ ਚਾਹੁੰਦੇ ਹੋ, USA ਜਾਣਾ ਚਾਹੁੰਦੇ ਹੋ, UK ਜਾਣਾ ਚਾਹੁੰਦੇ ਹੋ ਔਰ ਘੱਟ ਫੀਸ ਦੇ ਵਿੱਚ ਜੇ ਜ਼ਿਆਦਾ ਗੈਪ ਹੈਗਾ ਤਾਂ ਤੁਹਾਡੇ ਵਾਸਤੇ ਕੀ ਓਪਰਚੁਨਿਟੀ ਆ, ਉਹ ਓਪਰਚੁਨਿਟੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰਕੇ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਸੋ ਨਵਜੀਤ ਜੀ ਲਾਈਵ ਹੋ ਚੁੱਕੇ ਆ ਤੇ ਦਰਸ਼ਕਾਂ ਦੇ ਨਾਲ ਗੱਲਾਂ ਬਾਤਾਂ ਸ਼ੁਰੂ ਕਰ ਦਿੱਤੀਆਂ ਨੇ। ਸੋ ਥੋੜਾ ਜਿਹਾ ਦਰਸ਼ਕਾਂ ਨੂੰ ਇਹ ਵੀ ਦੱਸਦਾ ਵੀ ਇਕੱਲੇ ਇੰਡੀਆ ਤੋਂ ਨਹੀਂ, ਇਕੱਲੇ ਪੰਜਾਬ ਤੋਂ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕ ਆ ਜਿੱਥੋਂ ਤੋਂ ਬੱਚੇ ਜਿਹੜੇ ਨੇ ਵੀਜ਼ਾ ਕਾਉਂਸਲ ਦੀ ਟੀਮ ਵੱਲੋਂ ਵੀਜ਼ਾ ਅਪਲਾਈ ਕਰਦੇ ਨੇ, ਐਪਲੀਕੇਸ਼ਨ ਲਾਉਂਦੇ ਨੇ ਤੇ ਆਪਣੀ ਜਿਹੜੀ ਸੁਪਨਿਆਂ ਦੀ ਨਗਰੀ ਆ ਉੱਥੇ ਪੈਰ ਧਰਦੇ ਨੇ। ਕੱਲਾ ਸਿਰਫ ਵੀਜ਼ਾ ਨਹੀਂ, ਕਿਉਂਕਿ ਇੱਕ ਜੇ ਆਪਾਂ ਗੱਲ ਕਰੀਏ ਸਰ ਥੋੜਾ ਜਿਹਾ ਡਿਸਕਸ਼ਨ ਵੀ ਮੈਂ ਕਰਨਾ ਚਾਹੂੰਗੀ। ਇੱਕ ਵੀਜ਼ੇ ਦੀ ਆਪਾਂ ਗੱਲ ਕਰੀਏ, ਬੱਚੇ ਅਪਲਾਈ ਕਰ ਦਿੰਦੇ ਨੇ, ਐਪਲੀਕੇਸ਼ਨ ਲਾ ਦਿੰਦੇ ਨੇ, ਜਦੋਂ ਵੀਜ਼ਾ ਆ ਗਿਆ ਉਹ ਖੁਸ਼ ਹੋ ਜਾਂਦੇ ਨੇ, ਬਲਕਿ ਇਹ ਭੁੱਲ ਜਾਂਦੇ ਆ ਵੀ ਇਹ ਤਾਂ ਪਹਿਲੀ ਪੌੜੀ ਹੈਗੀ, ਇਸ ਤੋਂ ਬਾਅਦ ਅਸੀਂ ਬਹੁਤ ਅੱਗੇ ਤੱਕ ਜਾਣਾ ਹੈ, ਵਰਕ ਪਰਮਿਟ ਲੈਣਾ, ਅਸੀਂ PR ਤੇ ਆਉਣਾ ਹੈ, ਤੇ ਉਸ ਚੀਜ਼ ਨੂੰ ਬੱਚੇ ਥੋੜਾ ਜਿਹਾ ਇਗਨੋਰ ਕਰ ਦਿੰਦੇ ਆ। ਸੋ ਕਿਸ ਤਰੀਕੇ ਦੇ ਨਾਲ ਵੀਜ਼ਾ ਕਾਉਂਸਲ ਜਿਹੜਾ ਹੈ ਉਸ ਨਵੇਂ ਸਟੂਡੈਂਟ ਦੀ ਹੈਲਪ ਕਰਦਾ ਹੈ? ਜੀ ਬਿਲਕੁਲ ਜੀ। ਐਕਚੁਅਲੀ ਵੀਜ਼ਾ ਮਿਲਣਾ ਪਹਿਲੀ ਪੌੜੀ ਹੈ, ਇਹ ਐਕਚੁਅਲੀ ਜੰਗ ਦੀ ਸਟਾਰਟ ਹੈ। ਠੀਕ ਹੈ ਜੀ। ਬਸ ਬਾਕੀ ਚੀਜ਼ਾਂ ਦਾ ਪ੍ਰੋਸੈਸ ਤਾਂ ਬਾਅਦ ਚ ਸਟਾਰਟ ਹੁੰਦੀ ਆ। ਬੱਚੇ ਇੱਥੋਂ ਵੀਜ਼ਾ ਲੈ ਕੇ ਸੋਚਦੇ ਆ ਕਿ ਸ਼ਾਇਦ ਮੰਜ਼ਿਲ ਮਿਲ ਗਈ ਹੈ, ਮੰਜ਼ਿਲ ਨਹੀਂ ਹੈ। ਮੰਜ਼ਿਲ ਵੱਲ ਤੁਹਾਡਾ ਵਧਾਇਆ ਪਹਿਲਾ ਕਦਮ ਹੈ। ਅਗਰ ਇਹ ਤੁਸੀਂ ਸਹੀ ਵਧਾਇਆ ਤਾਂ ਈਜ਼ੀ ਆ, ਪਰ ਉਸ ਤੋਂ ਬਾਅਦ ਵੀ ਬਹੁਤ ਸਾਰੇ ਪੜਾਅ ਆ। ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਕਿ ਤੁਹਾਡੇ ਕੋਲ ਕੋ ਕੰਸਲਟੈਂਟ ਹੋਣਾ ਚਾਹੀਦਾ, ਜਿਹੜਾ ਕਿ ਨਾ ਤੁਹਾਨੂੰ ਸਿਰਫ ਪਹਿਲੇ ਸਟੈਪ ਤੇ ਬਲਕਿ ਤੁਹਾਡੀ ਮੰਜ਼ਿਲ ਤੱਕ ਹਰ ਸਟੈਪ ਦੇ ਉੱਤੇ ਤੁਹਾਨੂੰ ਗਾਈਡ ਕਰ ਸਕੇ, ਬਲਕਿ ਤੁਹਾਨੂੰ ਪਹਿਲੇ ਹੀ ਗਾਈਡ ਕਰ ਸਕੇ ਐਂਡ ਤੁਹਾਨੂੰ ਉੱਥੇ ਪਹੁੰਚਾ ਸਕੇ, ਤੁਹਾਡੀ ਹੈਲਪ ਕਰ ਸਕੇ ਹਰ ਸਟੈਪ ਤੇ। ਬਿਲਕੁਲ। ਸੋ ਸਾਡੇ ਦਰਸ਼ਕਾਂ ਨੂੰ ਦੱਸ ਦਈਏ ਵੀ ਵਕੀਲਾਂ ਵਾਲੀਆਂ ਕੰਪਨੀਆਂ ਨਾਲ ਜੁੜੇ ਹੋਏ ਤਾਂ ਬਹੁਤ ਸਾਰੇ ਇਮੀਗ੍ਰੇਸ਼ਨ ਵਾਲੇ ਹੁੰਦੇ ਨੇ, ਲੇਕਿਨ ਸਰ ਹੋਰੀ ਖੁਦ ਵਕੀਲ ਨੇ। ਇਹਨਾਂ ਦਾ ਇੱਕ ਆਫਿਸ ਆਸਟ੍ਰੇਲੀਆ ਦੇ ਵਿੱਚ ਹੈੱਡ ਆਫਿਸ ਹੈ ਤੇ ਸੈਕੰਡ ਜਿਹੜੀ ਇਹਨਾਂ ਦੀ ਇੰਡੀਆ ਦੇ ਵਿੱਚ ਬ੍ਰਾਂਚ ਹੈਗੀ ਉਹ ਜਲੰਧਰ ਦੇ ਵਿੱਚ ਹੈਗੀ ਹੈ। ਤੁਸੀਂ ਜਲੰਧਰ ਬ੍ਰਾਂਚ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਆਪਣਾ ਕੋਈ ਵੀ ਸਵਾਲ ਹੈ, ਸਕਰੀਨ ਦੇ ਉੱਤੇ ਨੰਬਰ ਜਿਹੜਾ ਲਗਾਤਾਰ ਚੱਲ ਰਿਹਾ ਹੈ, ਕਾਲ ਕਰਕੇ ਤੁਸੀਂ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਫੇਸਬੁੱਕ ਦੇ ਉੱਪਰ ਵੀ ਤੁਸੀਂ ਜਿਹੜਾ ਸਾਡਾ ਪ੍ਰੋਗਰਾਮ ਹੈ ਲਾਈਵ ਦੇਖ ਸਕਦੇ ਹੋ। ਉਧਰ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜਿਹੜਾ ਸਵਾਲ ਹੈ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਕਰੰਟ ਵੀਜ਼ੇ ਜਿਹੜੇ ਬੱਚਿਆਂ ਦੇ ਲੱਗੇ ਨੇ, ਸੋ ਮੈਂ ਦਰਸ਼ਕਾਂ ਨੂੰ, ਮੇਰੀ ਕੋਸ਼ਿਸ਼ ਹੁੰਦੀ ਹੈ ਸਾਡੇ ਦਰਸ਼ਕਾਂ ਨੂੰ ਅਸੀਂ ਹਮੇਸ਼ਾ ਪੋਜ਼ਿਟਿਵ ਕਰੀਏ, ਸਬੂਤਾਂ ਦੇ ਤੱਥਾਂ ਦੇ ਆਧਾਰ ਦੇ ਉੱਤੇ ਗੱਲਬਾਤ ਕਰੀਏ ਉਹਨਾਂ ਦੇ ਨਾਲ। ਸੋ ਕਿਹੜੇ ਵੀਜ਼ੇ ਅੱਜ, ਕਿਹੜੇ ਜਿਹੜੇ ਸਟੂਡੈਂਟ ਨੇ ਤੁਹਾਡੇ ਕੋਲ ਜਿਨ੍ਹਾਂ ਦੇ ਤੁਸੀਂ ਵੀਜ਼ੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋਗੇ? ਇਸ ਹਫਤੇ ਸਾਡੇ ਕੋਲ ਕਾਫੀ ਵੀਜ਼ਾਸ ਆਏ ਨੇ ਜੀ। ਮੈਂ ਪਹਿਲੇ ਗੱਲ ਕਰਾਂ ਕਿ ਅਸੀਂ ਫਰਾਂਸ, ਇਟਲੀ, ਇੰਡੋਨੇਸ਼ੀਆ, ਮਲੇਸ਼ੀਆ, ਵੀਅਤਨਾਮ, ਫਿਲੀਪੀਨਸ, ਘਾਨਾ, ਇੱਦਾਂ ਦੇ ਕਈ ਕੰਟਰੀਜ਼ ਤੋਂ ਕੀਤੇ। ਪਰ ਇਸ ਵਾਰ ਪਹਿਲੀ ਵਾਰ ਨਾ ਸਾਡੇ ਕੋਲ ਸਵਿਟਜ਼ਰਲੈਂਡ ਦੇ ਸਿਟੀਜ਼ਨ ਦਾ ਵੀ ਆਇਆ ਜੀ, ਸਵਿਟਜ਼ਰਲੈਂਡ ਦੇ ਸਿਟੀਜ਼ਨ ਦਾ। ਸੋ ਉਹ ਵੀਜ਼ਾ ਮੈਂ ਤੁਹਾਨੂੰ ਸ਼ੋਅ ਕਰਨਾ ਚਾਹਾਂਗਾ ਜੀ। ਸਵਿਟਜ਼ਰਲੈਂਡ ਦੇ ਸਿਟੀਜ਼ਨ ਦਾ ਹੈਗਾ ਜੀ, ਡੈਨੀਅਲ ਇਹਦਾ ਨਾਮ ਹੈਗਾ ਜੀ। ਤੋ ਇਹ ਪਹਿਲੀ ਵਾਰ ਹੈ ਸਿਟੀਜ਼ਨ ਦਾ, ਸਵਿਟਜ਼ਰਲੈਂਡ ਦੇ ਸਿਟੀਜ਼ਨ ਦਾ ਆਸਟ੍ਰੇਲੀਆ ਵਾਸਤੇ ਵੀਜ਼ਾ। ਉਸ ਤੋਂ ਇਲਾਵਾ ਫਿਲੀਪੀਨਸ ਤੋਂ ਆਇਆ ਜੀ ਨੈਲਮਾ ਐਬਿਨਿਸ, ਇਹ ਉਸਦਾ ਵੀਜ਼ਾ ਹੈਗਾ ਜੀ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਰੋਜ਼ ਐਂਡ ਮੈਕਲੋ ਸੈਂਟਰ, ਇਹ ਵੀਜ਼ਾ ਫਿਲੀਪੀਨ ਸਿਟੀਜ਼ਨ ਹੈ ਜੀ, ਇਹ ਉੱਥੇ ਦੀ ਹੈ ਜੀ। ਉਸ ਤੋਂ ਇਲਾਵਾ ਹੈਗਾ ਜੀ ਹਸਿਨ ਚੁਨ ONG, ਇਹ ਹੈਗਾ ਜੀ ਆਪਣਾ ਵੀਅਤਨਾਮ ਤੋਂ। ਸੋ ਇੱਕ ਇਹ ਵੀਜ਼ਾ ਆਇਆ ਜੀ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਤਾਂ ਸਰਬਜੀਤ ਕੌਰ ਦਾ ਆਇਆ ਵੀਜ਼ਾ ਇੱਕ, ਠੀਕ ਹੈ ਜੀ। ਐਂਡ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਗਗਨ ਇੱਕ ਵੀਜ਼ਾ ਹੋਰ ਹੈ ਜੀ। ਇਸ ਤੋਂ ਇਲਾਵਾ ਪੰਜਾਬ ਨਹੀਂ, ਮਤਲਬ ਪੰਜਾਬ ਤੋਂ ਬਾਹਰ ਲੋਕੀ ਦੂਜੀਆਂ ਸਟੇਟਾਂ ਦੀ ਗੱਲ ਕਰਦੇ ਨੇ ਤੇ ਤੁਸੀਂ ਮੁਲਕਾਂ ਦੀ ਗੱਲ ਕਰਦੇ ਹੋ ਵੀ ਤੁਹਾਡੇ ਕੋਲ ਦੂਜੇ ਮੁਲਕਾਂ ਦੇ ਬੱਚੇ ਆ ਕੇ ਵੀ ਜਿਹੜੇ ਵੀਜ਼ੇ ਲਵਾਉਂਦੇ ਨੇ। ਸੋ ਸਾਡੇ ਨਾਲ ਸਰ ਦਰਸ਼ਕ ਜਿਹੜੇ ਆ ਜੁੜਨਾ ਸ਼ੁਰੂ ਹੋ ਗਏ ਨੇ, ਕਤਾਰ ਥੋੜੀ ਜਿਹੀ ਲੰਬੀ ਲੱਗਣੀ ਸ਼ੁਰੂ ਹੋ ਗਈ ਹੈ। ਸੋ ਮੈਂ ਚਾਹਨੀ ਆ ਵੀ ਥੋੜੀ ਜਿਹੀ ਆਗਿਆ ਦੇ ਦਿਓ ਤਾਂ ਕਿ ਦਰਸ਼ਕਾਂ ਦੇ ਜਿਹੜੇ ਸਵਾਲ ਆ ਉਹ ਪਹਿਲਾਂ ਲੈ ਲਈਏ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਈਏ। ਜੀ ਜੀ, ਕਾਲ ਜਿਹੜੀ ਹੈ ਲੈ ਲੈਂਦੇ ਆ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ, ਕੀ ਨਾਮ ਹੈ ਜੀ? ਮੇਰਾ ਨਾਮ ਗੁਰਦੀਪ ਸਿੰਘ ਹੈ ਜੀ, ਮੈਂ ਮੋਗਾ ਤੋਂ ਗੱਲ ਕਰ ਰਿਹਾ ਜੀ। ਗੁਰਦੀਪ ਜੀ, ਸਵਾਲ ਕੀ ਹੈ? ਮੈਮ ਆਸਟ੍ਰੇਲੀਆ ਬਾਰੇ ਪਤਾ ਕਰਨਾ ਜੀ, ਆਸਟ੍ਰੇਲੀਆ ਦਾ ਮੈਂ ਕਰਨਾ। ਕੀ ਸਵਾਲ ਹੈ ਜੀ? ਤੁਹਾਡੀ ਪ੍ਰੋਫਾਈਲ ਕੀ ਹੈ, ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਮੈਮ ਮੈਂ PGDCA ਕੀਤੀ ਹੋਈ ਹੈ। ਠੀਕ ਹੈ ਜੀ। 2015। ਹਾਂਜੀ। ਗੈਪ ਕਿੰਨਾ ਉਸ ਤੋਂ ਬਾਅਦ ਕੀ ਕੀਤਾ? ਮੈਮ ਕੰਟੀਨਿਊ ਜੌਬ ਹੈ ਮੇਰੇ ਕੋਲ ਉਸ ਤੋਂ ਬਾਅਦ। ਠੀਕ ਹੈ ਜੀ। ਸੈਲਰੀ ਅਕਾਊਂਟ ਦੇ ਵਿੱਚ ਹੈ?
ਬਿਲਕੁਲ ਹਾਂਜੀ ਹੈਗੀ ਜੀ ਪੀਜੀਡੀਸੀ ਗ੍ਰੈਜੂਏਸ਼ਨ ਤੋਂ ਬਾਅਦ ਕੀਤੀ ਸੀ? ਹਾਂਜੀ ਹਾਂਜੀ ਓਕੇ ਕੀ ਬੈਂਡ ਸਕੋਰ ਵਗੈਰਾ ਕੀ ਹੈ ਹੁਣ ਤੁਹਾਡਾ? ਬੈਂਡ ਆਇਲਸ ਕੀਤੀ ਜਾਂ ਪੀਟੀ? ਮੈਮ ਆਇਲਸ ਕੀਤੀ ਹੋਈ 6 ਓਵਰਆਲ 6 ਓਵਰਆਲ ਹੈ। ਕਿਸੇ ਮੋਡਿਊਲ ਦੇ ਵਿੱਚ 5.5? ਇੱਕ 'ਚ 5.5 ਹੈ ਜੀ ਰੇਟਿੰਗ। ਇੱਕ 5.5 ਨੇ। ਸੋ ਆਸਟ੍ਰੇਲੀਆ ਬਾਰੇ ਪੁੱਛਣਾ ਚਾਹੁੰਦੇ ਹੋ? ਕੋਈ ਸਪੈਸੀਫਿਕ ਕੋਈ ਡੈਸਟੀਨੇਸ਼ਨ, ਕੋਈ ਮਰਜ਼ੀ ਦੀ ਚੋਇਸ ਜਾਂ ਸਰ ਹੁਣੀ ਕਿਤੇ ਵੀ ਭੇਜ ਦੇਣ? ਨਹੀਂ ਮੈਮ ਤੁਸੀਂ ਦੱਸ ਦਿਓ ਕੀ ਪੋਸਿਬਿਲਿਟੀਜ਼ ਹੈਗੀਆਂ ਜੀ ਜੀ। ਸੋ ਸਰ ਕੀ ਕਹੋਗੇ? ਦਰਸ਼ਕ ਸਾਡੇ ਨਾਲ ਜੁੜੇ ਨੇ, ਕੀ ਤੁਹਾਡੀ ਕੀ ਵਿਚਾਰ ਨੇ? ਜੇ ਜੇਕਰ ਤਾਂ ਆਸਟ੍ਰੇਲੀਆ ਜਾਣਾ ਇਹਨਾਂ ਨੇ ਤਾਂ ਫਿਰ ਆਇਲਸ ਦਾ ਸਕੋਰ ਥੋੜਾ ਜਿਹਾ ਘੱਟ ਹੈਗਾ, ਆਲਦੋ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਹੋ ਪਾਊਗਾ, ਐਲੀਕੋਸ ਦੇ ਨਾਲ ਪੋਸਿਬਿਲਿਟੀ ਜ਼ਰੂਰ ਹੈਗੀ ਆ, ਬਟ ਬੈਟਰ ਇਹ ਹੈ ਕਿ ਅਗਰ ਆਇਲਸ ਰਿਪੀਟ ਕਰ ਲਿਆ ਜਾਵੇ, ਕਿਉਂਕਿ ਮਾਸਟਰਸ ਪ੍ਰੋਗਰਾਮ ਦੀ ਅਗਰ ਜਾਣਾ ਹੋਵੇ ਤਾਂ 6.5 ਦੀ ਰਿਕੁਆਇਰਮੈਂਟ ਐਂਡ 6 ਈਚ ਹੈ। ਸੋ ਅਗਰ ਆਸਟ੍ਰੇਲੀਆ ਤੋਂ ਇਲਾਵਾ ਕਿਸੇ ਹੋਰ ਕੰਟਰੀ 'ਚ ਜਾਣਾ ਚਾਹੁੰਦੇ ਨੇ ਤਾਂ ਫਿਰ ਇੱਕ ਅੱਛੀ ਆਪਸ਼ਨ ਹੋ ਸਕਦੀ ਹੈ ਜੀ, ਯੂਐਸ ਵੀ ਅੱਛੀ ਆਪਸ਼ਨ ਹੋ ਸਕਦੀ ਹੈ ਇਹਨਾਂ ਵਾਸਤੇ, ਆਈਟੀ ਦਾ ਉੱਥੇ ਵੀ ਬਹੁਤ ਜ਼ਿਆਦਾ ਸਕੋਪ ਹੈ, ਜਾਂ ਇਸ ਤੋਂ ਇਲਾਵਾ ਯੂਕੇ ਦੀ ਵੀ ਇੱਕ ਆਪਸ਼ਨ ਹੋ ਸਕਦੀ ਹੈ। ਬਿਲਕੁਲ। ਬਟ ਆਸਟ੍ਰੇਲੀਆ ਲਈ ਬੈਟਰ ਹੈ, ਆਈ ਰਿਕਮੈਂਡ ਕਿ ਆਇਲਸ ਇੱਕ ਵਾਰ ਰਿਪੀਟ ਕਰਕੇ ਨੂੰ ਅਪਗ੍ਰੇਡ ਜੀ ਜਾਵੇ ਉਸको, क्योंकि 6.5 टू 6 इज बेसिक रिक्वायरमेंट ਹੁੰਦੀ ਹੈ ਜੀ। ਉਮੀਦ ਹੈ ਸਵਾਲ ਦਾ ਜਵਾਬ ਮਿਲ ਗਿਆ ਹੋਗਾ। ਸੋ ਇੱਕ ਹੋਰ ਦਰਸ਼ਕ ਨਾਲ ਜੁੜੇ ਨੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਜੀ? ਹਰਪ੍ਰੀਤ ਬੋਲ ਰਿਹਾ ਜੀ ਮੋਗੇ ਤੋਂ। ਜੀ ਹਰਪ੍ਰੀਤ ਜੀ, ਸਵਾਲ ਕੀ ਹੈ? ਮੈਂ ਕੈਨੇਡਾ ਬਾਰੇ ਪੁੱਛਣਾ ਚਾਹੁੰਦਾ ਸੀ ਸਰ ਨੂੰ। ਕੀ ਸਵਾਲ ਹੈ ਸਰ? ਪ੍ਰੋਫਾਈਲ ਕੀ ਹੈ ਤੁਹਾਡੀ? ਮੈਂ 2018 ਪਾਸ ਆਊਟ ਹੈ ਜੀ। ਠੀਕ ਹੈ ਜੀ। +2 ਕੀਤੀ ਹੈ ਜੀ। ਕਿੰਨਾ ਨੰਬਰ ਕਿੰਨੇ ਨੇ +2 ਦੇ ਵਿੱਚ? 68%। ਠੀਕ ਹੈ ਜੀ। ਤੇ ਸਟਰੀਮ ਕਿਹੜੀ ਸੀ? ਆਰਟਸ। ਓਕੇ ਜੀ। ਤੇ ਆਇਲਸ ਕਰ ਚੁੱਕੇ ਹੋ? ਨਹੀਂ ਆਇਲਸ ਹੁਣ ਮੈਂ ਜੁਆਇਨ ਕੀਤੀ ਹੈ ਜੀ। ਓਕੇ, ਫਰੈਸ਼ ਹੋ ਤੁਸੀਂ? ਕੋਵਿਡ ਕਰਕੇ ਬੰਦ ਸੀਗੇ ਜੀ, ਤੇ ਮੈਂ ਵਿੱਚ ਫਿਰ ਗੈਪ ਆ ਗਿਆ ਸੀਗਾ, ਮੈਂ ਜੌਬ ਵਗੈਰਾ ਕਰ ਲੱਗ ਪਿਆ ਸੀਗਾ। ਓਕੇ। ਤੇ ਹੁਣ ਮੈਂ ਤੁਹਾਡਾ ਸ਼ੋਅ ਦੇਖ ਰਿਹਾ ਸੀਗਾ, ਹੂੰ, ਤੇ ਮੈਂ ਸਰ ਨੂੰ ਪੁੱਛ ਲਈ, ਮੈਂ ਆਇਲਸ ਹੁਣ ਜੁਆਇਨ ਕੀਤੀ ਹੈ ਜੀ। 10 ਦਿਨ ਹੀ ਹੋਏ ਆ ਜੀ ਜੀ। ਠੀਕ ਹੈ ਜੀ। ਸੋ ਤੇ ਸਰ ਕੀ ਕੈਨੇਡਾ ਬਾਰੇ ਕਹੋਗੇ? ਪੁੱਛਣਾ ਚਾਹ ਰਿਹਾ ਸੀਗਾ। ਜੀ ਜੀ ਬਿਲਕੁਲ। ਸੋ ਸਰ ਕੀ ਕਹੋਗੇ? ਫਰੈਸ਼ ਬੱਚਾ ਹੈ, ਇਹਨਾਂ ਦੇ ਜ਼ਰੀਏ ਹੋਰ ਵੀ ਬਹੁਤ ਸਾਰੇ ਫਰੈਸ਼ ਬੱਚੇ ਸਾਡਾ ਸ਼ੋਅ ਦੇਖ ਰਹੇ ਹੋਣਗੇ, ਕੀ ਸਲਾਹ ਫਰੈਸ਼ ਬੱਚੇ ਨੂੰ? 2018 ਚ ਜੀ 2018 ਚ +2 ਕੀਤੀ ਹੈ ਇਹਨਾਂ ਨੇ, 68% ਉਸ ਤੋਂ ਬਾਅਦ ਮਾਰਕਸ। ਆਇਲਸ ਅਜੇ ਕੀਤੀ ਨਹੀਂ। ਜੀ ਫਰੈਸ਼ ਨੇ ਓਕੇ, ਹਲੇ। ਆਇਲਸ ਕੀਤੀ ਨਹੀਂ ਹੈ, ਪਰ ਆਇਲਸ ਵਿੱਚ ਅੱਛਾ ਸਕੋਰ ਹੋਵੇ, 6 ਈਚ ਦਾ ਸਕੋਰ ਲੈ ਲਓ ਜੀ, ਡੈਫੀਨਿਟਲੀ ਪੋਸੀਬਲ ਹੋ ਜਾਏਗਾ, 100% ਪੋਸੀਬਲ ਹੋ ਜਾਏਗਾ, ਕੋਈ ਪ੍ਰੋਬਲਮ ਹੀ ਨਹੀਂ ਹੈ, ਅੱਛਾ ਜੀ ਕੇਸ ਹੈ ਜੀ। ਸੋ ਹਰਪ੍ਰੀਤ ਜੀ, ਦਿਲ ਲਾ ਕੇ ਮਿਹਨਤ ਕਰ ਲਓ ਤੇ ਆਇਲਸ ਦਾ ਪੇਪਰ ਭਰੋ ਤੇ 6 ਜਿਹੜਾ ਬੈਂਡ ਸਕੋਰ ਲੈ ਲਿਓ, ਗੈਪ ਵੀ ਤੁਹਾਡਾ ਕਵਰ ਹੋ ਜਾਊਗਾ, ਕੋਈ ਏਡੀ ਗੱਲ ਨਹੀਂ ਹੈਗੀ, ਕਿਉਂਕਿ ਕੰਮ ਵਗੈਰਾ ਤੁਸੀਂ ਆਪਣਾ ਕੀਤਾ ਹੀ ਹੈਗਾ। ਬਿਲਕੁਲ ਜੀ, ਉਹ ਉਸ ਤੇ ਸ਼ੋ ਕਰ ਦਾਂਗੇ ਨਾ, ਜੋ ਕੋਗੇ ਉਹਨਾਂ ਦੇ ਐਕਸਪੀਰੀਅੰਸ ਦੇ ਰਿਲੇਟਡ ਤੋਂ ਪ੍ਰੀਵੀਅਸ ਸਟੱਡੀ ਦੇ ਰਿਲੇਟਡ ਲੈ ਲਾਂਗੇ, ਉਹਦੇ ਨਾਲ ਰੈਲੇਵੈਂਸੀ ਬਣ ਜਾਏਗੀ, ਤਾਂ ਕੋਈ ਪ੍ਰੋਬਲਮ ਨਹੀਂ ਆਏਗੀ। ਜੀ ਜੀ ਬਿਲਕੁਲ ਬਿਲਕੁਲ। ਨਵਜੀਤ ਜੀ, ਸਵਾਲ ਮੇਰੇ ਕੋਲ ਵੀ ਬਹੁਤ ਸਾਰੇ ਨੇ ਤੇ ਕਤਾਰ ਦਰਸ਼ਕਾਂ ਦੀ ਵੀ ਬਹੁਤ ਲੰਬੀ ਲੱਗੀ ਹੋਈ ਹੈ, ਸੋ ਇੱਕ ਹੋਰ ਦਰਸ਼ਕ ਨਾਲ ਜੁੜੇ ਨੇ, ਉਹਨਾਂ ਤੋਂ ਵੀ ਸਵਾਲ ਪੁੱਛ ਲੈਨੇ ਆ। ਹੈਲੋ ਹੈਲੋ ਜੀ, ਸੰਪਰਕ ਸ਼ਾਇਦ ਟੁੱਟ ਗਿਆ। ਸੋ ਸਰ ਮੈਂ ਰਿਫਿਊਜ਼ਲ ਬਾਰੇ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗੀ, ਕਿਉਂਕਿ ਹੁਣੇ ਹਾਲ ਹੀ ਜਿੱਥੇ ਆਸਟ੍ਰੇਲੀਆ ਨੇ ਬਹੁਤ ਸਾਰੇ ਵੀਜ਼ੇ ਦਿੱਤੇ ਨੇ, ਨਾਲ ਹੀ ਕੈਨੇਡਾ ਨੇ ਵੀ ਬਹੁਤ ਸਾਰੇ ਵੀਜ਼ੇ ਦਿੱਤੇ ਨੇ, ਪਰ ਅਸੀਂ ਦੇਖਿਆ ਵੀ ਐਸਡੀਐਸ ਕੈਟਾਗਰੀ 7 ਬੈਂਡ ਸਕੋਰ ਵਾਲਾ ਜਿਹੜਾ ਬੱਚਾ ਉਹ ਰਿਫਿਊਜ਼ਲ ਦਾ ਸ਼ਿਕਾਰ ਹੋ ਗਿਆ। ਸੋ ਕਾਰਨ ਕੀ ਮੰਨਦੇ ਹੋ? ਕਿਤੇ ਨਾ ਕਿਤੇ ਸਭ ਤੋਂ ਵੱਡਾ ਰੀਜ਼ਨ ਕੀ ਰਿਹਾ ਹੋਊਗਾ ਰਿਫਿਊਜ਼ਲ ਦਾ? ਮੈਂ ਤਾਂ ਇੱਕ ਗੱਲ ਕਹੂੰਗਾ ਜੀ, ਇਹ ਤਾਂ ਜੇਕਰ ਫਾਈਲ ਸਟਰੋਂਗ ਹੈਗਾ, ਉਸ ਤੋਂ ਬਾਅਦ ਵੀ ਰਿਫਿਊਜ਼ਲ ਆਉਂਦੀ ਹੈ, ਤਾਂ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਏਜੰਟ ਦੀ ਵੀ ਗਲਤੀ ਹੋ ਸਕਦੀ ਹੈ, ਕਿਉਂਕਿ ਉਹਨੂੰ ਸਹੀ ਤਰੀਕੇ ਨਾਲ ਕੇਸ ਪੁੱਟ ਅਪ ਕਰਨਾ ਜਾਂ ਉਸ ਚੀਜ਼ ਨੂੰ ਵੀਜ਼ਾ ਆਫਿਸਰ ਨੂੰ ਕਨਵਿੰਸ ਕਰਨਾ, ਇਹ ਸਟੂਡੈਂਟ ਤੋਂ ਬਾਅਦ ਦਾ ਜਿਹੜਾ ਅਗਲਾ ਮੈਂ ਕਹੂੰਗਾ ਕਿ ਜਿਹੜਾ ਇੱਕ ਡਿਊਟੀ ਹੈਗੀ ਹੈ, ਤਾਂ ਉਹ ਇੱਕ ਏਜੰਟ ਦੀ ਬਣਦੀ ਹੈ। ਏਜੰਟ ਦੀ ਡਿਊਟੀ ਦੂਜੀ ਕਿਉਂ ਪਹਿਲੀ ਬਣਦੀ? ਕਿਉਂਕਿ ਉਹ ਬੱਚੇ ਨੂੰ ਜੇ ਅਗਰ ਕੇਸ ਲੈਂਦਾ ਤਾਂ ਉਹਨੂੰ ਕਨਵਿੰਸ ਕਰਕੇ, ਜਾਂ ਉਹ ਬੱਚੇ ਕੋਲੋਂ ਡਾਕੂਮੈਂਟੇਸ਼ਨ ਜਾਂ ਜੋ ਵੀ ਐਸਓਪੀ ਚਾਹੀਦੀ ਹੈ ਕਿ ਉਹ ਬੱਚੇ ਕੋਲੋਂ ਲੈ ਕੇ ਉਹਨੂੰ ਸਬਮਿਟ ਕਰਨੀ ਚਾਹੀਦੀ ਹੈ ਵੀਜ਼ਾ ਆਫਿਸਰ ਨੂੰ। ਕਿ ਸਾਡੀ ਜੈਨੂਇਨਟੀ ਬਾਰੇ ਆਪਾਂ ਨਹੀਂ ਸ਼ੋ ਕਰ ਪਾਵਾਂਗੇ ਤਾਂ ਵੀਜ਼ਾ ਨਹੀਂ ਮਿਲੇਗਾ, ਰਿਫਿਊਜ਼ਲ ਹੀ ਹੋਏਗੀ। ਰਿਫਿਊਜ਼ਲ ਆਉਣ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਜੀ, ਕਈ ਚੀਜ਼ਾਂ ਹੁੰਦੀਆਂ ਨੇ, ਤੇ ਇਹ ਡਿਪੈਂਡ ਕਰੇਗਾ ਪ੍ਰੋਫਾਈਲ ਦੇ ਉੱਤੇ ਤੇ ਪਲੱਸ ਜੋ ਡਾਕੂਮੈਂਟੇਸ਼ਨ ਦੇ ਸਬਮਿਸ਼ਨ ਦੇ ਉੱਤੇ ਜੀ। ਸੋ ਬਹੁਤ ਸਾਰੇ ਬੱਚੇ ਇਸ ਵੇਲੇ ਰਿਫਿਊਜ਼ ਹੋ ਕੇ ਬੈਠੇ ਨੇ, ਜੈਨ ਇਨਟੇਕ ਵਾਲੇ ਵੀ ਬਹੁਤ ਬੱਚੇ ਸੀ, ਏਆਈਪੀ ਤੋਂ ਬਾਅਦ ਰਿਫਿਊਜ਼ ਹੋ ਗਏ। ਸੋ ਕੀ ਭਵਿੱਖ ਦੇਖਦੇ ਹੋ? ਬੱਚੇ ਹੁਣ ਅਪਲਾਈ ਕਰ ਲੈਣ ਜਾਂ ਥੋੜਾ ਜਿਹਾ ਠਰਮਾ ਰੱਖ ਲੈਣ? ਤੁਹਾਡੀ ਕੀ ਸਲਾਹ ਉਹਨਾਂ ਬੱਚਿਆਂ ਨੂੰ? ਦੇਖੋ, ਦੋਨੋਂ ਚੀਜ਼ਾਂ ਹੋ ਰਹੀਆਂ ਨੇ, ਰਿਫਿਊਜ਼ਲਸ ਵੀ ਹੈਗੀਆਂ ਨੇ ਤੇ ਵੀਜ਼ਾਸ ਵੀ ਆ ਰਹੇ ਨੇ, ਦੋਨੋਂ ਚੀਜ਼ਾਂ ਹੀ ਹੈਗੀਆਂ ਨੇ। ਅਗਰ ਜੇਕਰ ਆਪਾਂ ਰਿਫਿਊਜ਼ਲਸ ਦੀ ਗੱਲ ਕਰੀਏ ਤਾਂ ਏਆਈਪੀ ਤੋਂ ਬਾਅਦ ਰਿਫਿਊਜ਼ਲ ਹੋ ਰਹੇ
ਨੇ ਬੱਚਿਆਂ ਦਾ ਨੁਕਸਾਨ ਵੀ ਹੋ ਰਿਹਾ। ਬੈਟਰ ਹੈ, ਮੈਂ ਤਾਂ ਇੱਕ ਗੱਲ ਕਹੂੰਗਾ ਕਿ ਜੋ ਮੈਂ ਰਿਕਮੈਂਡ ਕਰ ਰਿਹਾ ਕਿ ਮੈਂ ਮਾਰਚ ਔਰ ਮਈ ਇਨਟੇਕ ਵਾਲੇ ਪਾਸੇ ਰਿਕਮੈਂਡ ਨਹੀਂ ਕਰ ਰਿਹਾ ਬੱਚਿਆਂ ਨੂੰ ਅਜੇ, ਕਿਉਂਕਿ ਫਲਾਈਟਸ ਦਾ ਵੀ ਕੁਝ ਬਹੁਤ ਜ਼ਿਆਦਾ ਫ੍ਰੀ ਫਲੋ ਨਹੀਂ ਹੈਗਾ ਇਸ ਵਕਤ। ਦੂਸਰੀ ਗੱਲ, ਅਗਰ ਜੇਕਰ ਆਪਾਂ ਗੱਲ ਕਰੀਏ ਤਾਂ ਕੋਵਿਡ ਦਾ ਵੀ ਸਿਨੈਰੀਓ, ਅਗਰ ਯੂਕੇ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਵੇਰੀਡ ਨੇ। ਸੋ ਮਚ ਬੈਟਰ ਹੈ ਕਿ ਸਤੰਬਰ ਇਨਟੇਕ ਨੂੰ ਆਪਟ ਕੀਤਾ ਜਾਵੇ। ਅਗਰ ਬੱਚੇ ਦਾ ਕੋਈ ਗੈਪ ਨਹੀਂ ਵੱਧ ਰਿਹਾ ਉਸ ਚੀਜ਼ ਦੇ ਵਿੱਚ, ਉਹਦਾ ਪ੍ਰੋਫਾਈਲ ਵੀਕ ਨਹੀਂ ਹੋ ਰਿਹਾ ਸਤੰਬਰ ਇਨਟੇਕ ਨੂੰ ਆਪਟ ਕਰਕੇ, ਤਾਂ ਉਹ ਪੋਸਿਬਿਲਿਟੀ ਜ਼ਿਆਦਾ ਸਟਰੋਂਗ ਰਹੇਗੀ, ਤਾਂ ਕਿ ਬੱਚੇ ਨੂੰ ਇੱਕ ਸੇਫ ਟਾਈਮ ਮਿਲ ਜੂਗਾ। ਕਈ ਵਾਰ ਇਦਾਂ ਹੋ ਰਿਹਾ ਕਿ ਬੱਚਿਆਂ ਦੇ ਰਿਫਿਊਜ਼ਲ ਜਿਨ੍ਹਾਂ ਦੀ ਆ ਰਹੀਆਂ ਨੇ, ਕਈ ਬੱਚੇ ਇਦਾਂ ਦੇ ਆਉਂਦੇ ਨੇ ਦੂਸਰੇ ਏਜੰਟਸ ਕੋਲ ਰਿਫਿਊਜ਼ ਕਰਵਾ ਕੇ ਆਨਲਾਈਨ ਕਲਾਸਿਸ ਸਟਾਰਟ ਕਰਨੀਆਂ ਸੀ, ਤੋਂ ਬਾਅਦ ਬੱਚਿਆਂ ਨੂੰ ਫੀਸ ਦਾ ਲੋਸ ਹੋ ਰਿਹਾ। ਸੋ ਇਹ ਬੜੀ ਦਿੱਕਤ ਆ ਰਹੀ ਹੈ ਸਾਰੇ ਪਾਸੇ ਨੂੰ, ਬੱਚੇ ਬਹੁਤ ਟਰੈਪ ਹੋ ਚੁੱਕੇ ਹੋਏ ਨੇ। ਸੋ ਬੈਟਰ ਹੈਗਾ ਕਿ ਤੁਸੀਂ ਆਪਣੀ ਸਟੱਡੀ ਉਦੋਂ ਕਰੋ ਤੁਸੀਂ ਤੁਹਾਡੇ ਕੋਲ ਐਗਜ਼ੈਕਟ ਵੀਜ਼ਾ ਆ ਜਾਵੇ। ਜੀ ਬਿਲਕੁਲ, ਮਚ ਬੈਟਰ ਹੈ ਕਿ ਅਗਰ ਤੁਸੀਂ ਸਤੰਬਰ ਇਨਟੇਕ ਨੂੰ ਆਪਟ ਕਰਦੇ ਹੋ ਤਾਂ ਬੈਟਰ ਹੈ। ਬਿਲਕੁਲ। ਸੋ ਸਕਰੀਨ ਦੇ ਉੱਤੇ ਨੰਬਰ ਲਗਾਤਾਰ ਚੱਲ ਰਿਹਾ, ਤੁਸੀਂ ਵੀ ਕਾਲ ਕਰਕੇ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਜ਼ਹਿਨ 'ਚ ਕੋਈ ਵੀ ਸਵਾਲ ਉੱਠ ਰਿਹਾ ਤਾਂ ਆਪਣਾ ਜਿਹੜਾ ਸਵਾਲ ਹੈ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਨਵਜੀਤ ਜੀ ਅੱਜ ਸਾਡੇ ਨਾਲ ਆਨਲਾਈਨ ਜੁੜੇ ਨੇ ਤੁਹਾਡੇ ਸਵਾਲਾਂ ਦੇ ਖਾਸ ਜਵਾਬ ਦੇਣ ਦਾ ਕਰਕੇ। ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਵੀ ਵੀਜ਼ਾ ਕਾਉਂਸਲ ਦੇ ਫੇਸਬੁੱਕ ਪੇਜ ਔਰ ਲਿਵਿੰਗ ਇੰਡੀਆ ਨਿਊਜ਼ ਦੇ ਫੇਸਬੁੱਕ ਪੇਜ ਦੇ ਉੱਤੇ ਵੀ ਸਾਰਾ ਦਾ ਸਾਰਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਦੇਖ ਸਕਦੇ ਹੋ। ਇੱਕ ਗੱਲ ਹੋਰ ਮੈਂ ਇੱਥੇ ਦਰਸ਼ਕਾਂ ਨੂੰ ਕਹਿਣਾ ਚਾਹੂੰਗੀ, ਸਾਡੇ ਕੋਲ ਸ਼ੋਅ ਦਾ ਟਾਈਮ ਜਿਹੜਾ ਬਹੁਤ ਘੱਟ ਹੁੰਦਾ ਤੇ ਸਵਾਲ ਸਾਡੇ ਕੋਲ ਬਹੁਤ ਜ਼ਿਆਦਾ ਹੁੰਦੇ ਨੇ। ਸੋ ਬਹੁਤ ਸਾਰੇ ਦਰਸ਼ਕਾਂ ਦਾ ਕਾਲ ਜਿਹੜਾ ਅਸੀਂ ਨਹੀਂ ਲੈ ਪਾਉਂਦੇ ਹੁੰਦੇ। ਸੋ ਪ੍ਰੋਗਰਾਮ ਤੋਂ ਬਾਅਦ ਵੀ ਕਾਲ ਕਰ ਲਿਆ ਕਰੋ, ਸਵਾਲ ਤੁਹਾਡੇ ਦਾ ਜਵਾਬ ਜਿਹੜਾ ਤੁਹਾਨੂੰ ਜ਼ਰੂਰ ਮਿਲਿਆ ਕਰੂਗਾ। ਵਿਦਆਊਟ ਆਇਲਸ ਤੋਂ ਲੈ ਕੇ ਇੱਕ ਸਵਾਲ ਪੁੱਛਣਾ ਚਾਹੂੰਗੀ, ਮਸ਼ਹੂਰੀਆਂ ਮਾਰਕੀਟ 'ਚ ਬਹੁਤ ਚੱਲਦੀਆਂ ਪਏ ਨੇ ਵਿਦਆਊਟ ਆਇਲਸ। ਤੁਸੀਂ ਕੈਨੇਡਾ ਜਾ ਸਕਦੇ ਹੋ, ਆਸਟ੍ਰੇਲੀਆ ਜਾ ਸਕਦੇ ਹੋ, ਯੂਕੇ ਜਾ ਸਕਦੇ ਹੋ, USA ਜਾ ਸਕਦੇ ਹੋ। ਸੋ ਸੱਚਾਈ ਕੀ ਹੈ, ਕਿਹੜੀ ਜਗ੍ਹਾ ਦੇ ਉੱਤੇ ਬੱਚਾ ਜਿਹੜਾ ਵਿਦਆਊਟ ਆਇਲਸ ਸੱਚੀ ਦੇ ਵਿੱਚ ਜਾ ਸਕਦਾ? ਦੇਖੋ ਜੀ, ਵਿਦਆਊਟ ਆਇਲਸ ਦੇ ਵਿੱਚ ਜਾਣਾ ਮਤਲਬ ਰਿਐਲਿਟੀ ਹੈਗੀ ਆ। ਅਗਰ ਆਪਾਂ ਗੱਲ ਕਰ ਲੈਣਾ ਸਟਾਰਟ ਕਰ ਲੈਣੇ ਆਸਟ੍ਰੇਲੀਆ ਤੋਂ, ਤਾਂ ਆਸਟ੍ਰੇਲੀਆ ਤੋਂ ਸਟਾਰਟ ਕਰੀਏ ਤਾਂ ਵਿਦਆਊਟ ਆਇਲਸ ਪੋਸਿਬਿਲਿਟੀ ਹੈਗੀ ਆ। ਅਗਰ +2 ਤੋਂ ਬਾਅਦ ਜਾਣਾ ਚਾਹੁੰਦੇ ਹੋ ਤਾਂ CBSE ਜਾਂ ICSE ਬੋਰਡ ਤੋਂ ਤੁਸੀਂ ਪਾਸ ਕੀਤੀ ਹੋਵੇ +2, ਐਂਡ ਪਰਸੈਂਟੇਜ ਵੀ ਮਿਨੀਮਮ 60% ਹੋਣੀ ਚਾਹੀਦੀ ਆ। ਅਗਰ ਜੇਕਰ ਤੁਸੀਂ CBSE ਜਾਂ ICSE ਤੋਂ ਨਹੀਂ ਕੀਤੀ ਤਾਂ ਚਾਹੇ ਪਰਸੈਂਟੇਜ ਜਿੰਨੀ ਮਰਜ਼ੀ ਹੋਵੇ, ਭਾਵੇਂ 70 ਹੋਵੇ ਭਾਵੇਂ 80 ਹੋਵੇ, ਤੁਸੀਂ ਨਹੀਂ ਜਾ ਸਕਦੇ। ਯੂਕੇ ਦੀ ਗੱਲ ਕਰੀਏ ਤਾਂ ਡੈਫੀਨਿਟਲੀ +2 ਇੰਗਲਿਸ਼ ਦੇ ਵਿੱਚ ਅੱਛੇ ਨੰਬਰ ਹੈਗੇ ਤਾਂ ਵਿਦਆਊਟ ਆਇਲਸ ਅਜੇ ਵੀ ਤੁਸੀਂ ਜਾ ਸਕਦੇ ਹੈਗੇ ਹੋ। ਇੰਟਰਵਿਊ ਜ਼ਰੂਰ ਹੁੰਦੀ ਹੈ ਯੂਨੀਵਰਸਿਟੀਜ਼ ਤੋਂ ਜਾਂ ਹਾਈ ਕਮਿਸ਼ਨ ਤੋਂ ਵੀ ਅੱਜਕੱਲ ਇੰਟਰਵਿਊ ਹੁੰਦੀ ਹੈ। ਮਤਲਬ ਆਪਾਂ ਗੱਲ ਕਰੀਏ ਤਾਂ ਤੁਹਾਡਾ ਜਿਹੜਾ ਇੰਗਲਿਸ਼ 'ਚ ਬੇਸ ਸਟਰੋਂਗ ਹੋਣਾ ਚਾਹੀਦਾ ਆ। ਤੁਹਾਡੀ ਜਿਹੜੀ ਲਾਸਟ ਕੁਆਲੀਫਿਕੇਸ਼ਨ ਆ CBSE ICSE ਬੋਰਡ ਤੋਂ ਹੋਣੀ ਚਾਹੀਦੀ ਹੈ, ਵੀ ਤੁਸੀਂ ਆਸਾਨੀ ਨਾਲ ਜਿਹੜੀ ਉੱਥੋਂ ਦੀ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਆਪਾਂ ਇੰਗਲਿਸ਼ ਦੀ ਗੱਲ ਕਰੀਏ ਤਾਂ ਸਮਝਣ ਸੁਣਨ ਬੋਲਣ ਜੋਗੇ ਹੋਵੋ। ਜੀ ਬਿਲਕੁਲ ਜੀ, ਬਿਲਕੁਲ। ਸੋ ਨਵਜੀਤ ਜੀ ਦਰਸ਼ਕ ਕਤਾਰ ਦੇ ਵਿੱਚ ਲੱਗੇ ਹੋਏ ਨੇ, ਇੱਕ ਹੋਰ ਦਰਸ਼ਕ ਦੀ ਕਾਲ ਲੈ ਲੈਂਦੇ ਆ। ਸੋ ਨੈਕਸਟ ਕਾਲਰ। ਹੈਲੋ ਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਮੈਮ ਮੇਰਾ ਨਾਮ ਨਿਸ਼ਾ ਹੈ ਜੀ। ਨਿਸ਼ਾ ਜੀ, ਸਵਾਲ? ਹਾਂਜੀ ਮੈਮ, ਐਕਚੁਅਲੀ ਮੇਰਾ ਸਵਾਲ ਇਹ ਸੀ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਠੀਕ ਹੈ ਜੀ, ਕਦੋਂ ਕੀਤੀ ਹੈ ਗ੍ਰੈਜੂਏਸ਼ਨ? ਮੈਮ 2018 ਵਿੱਚ। ਉਸ ਤੋਂ ਬਾਅਦ ਹੀ ਮੈਂ ਆਇਲਟਸ ਕਰ ਲਈ ਸੀ। ਕੀ ਬੈਂਡ ਸਕੋਰ ਸੀ? ਐਕਸਪਾਇਰ ਹੋ ਚੁੱਕੀ ਹੈ। ਓਕੇ, ਬੈਂਡ ਸਕੋਰ ਕੀ ਰਿਹਾ ਤੁਹਾਡਾ? ਮੈਮ 6 ਸੀ। ਠੀਕ ਹੈ ਜੀ, ਹੁਣ ਦੁਬਾਰਾ ਕਰ ਚੁੱਕੇ ਹੋ ਕਿ ਕਰਨੀ ਹੈ? ਨਹੀਂ ਮੈਮ, ਐਕਸਪਾਇਰ ਹੋ ਚੁੱਕੀ, ਬਟ ਮੈਂ ਇਹ ਕਨਫਰਮ ਕਰਨਾ ਚਾਹ ਰਹੀ ਹਾਂ ਕਿ USA ਅਪਲਾਈ ਕਰ ਸਕਦੀ ਹਾਂ। USA, ਠੀਕ ਹੈ ਜੀ। ਸੋ 2018 ਤੋਂ ਬਾਅਦ ਕੀ ਕੀਤਾ ਤੁਸੀਂ? ਮੈਮ ਉਸ ਤੋਂ ਬਾਅਦ ਮੈਂ ਆਇਲਟਸ ਕੀਤੀ, ਵਰਕ ਕਰ ਰਹੀ ਸੀ। 2 ਸਾਲ ਆਇਲਟਸ ਕਰਨ ਚਲਾਤੇ ਮੈਡਮ, 2021 ਦੇ ਵਿੱਚ ਆ ਗਏ ਹਾਂ ਅਸੀਂ। ਹਾਂਜੀ ਮੈਮ, ਬਟ ਮੇਰੀ ਆਇਲਟਸ ਐਕਸਪਾਇਰ ਹੋ ਚੁੱਕੀ ਹੈ ਨਾ, ਮੈਂ ਕਨਫਰਮ ਕਰਨਾ ਚਾਹ ਰਹੀ ਹਾਂ। ਜੀ 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 ਜੀ। ਸੋ ਨਵਜੀਤ ਜੀ ਕੀ ਸਲਾਹ ਦਊਂਗੇ? ਮੈਡਮ ਦਾ ਕਾਲ ਹੈਗਾ ਜੀ ਫਰੀਦਕੋਟ ਤੋਂ ਮੈਡਮ ਨੇ। ਸੋ 2018 ਜੇਕਰ ਥੋੜਾ ਜਿਹਾ ਗੈਪ, ਜਿਹੜਾ 2-3 ਸਾਲ ਦਾ ਗੈਪ ਜਿਹੜਾ ਬਣ ਗਿਆ, ਜਿਹੜਾ 2-3 ਸਾਲ ਦਾ ਗੈਪ ਬਣ ਗਿਆ, ਅਗਰ ਇਹ ਗੈਪ 'ਚ ਕੁਝ ਕੀਤਾ, ਕੋਈ ਐਕਟੀਵਿਟੀ ਆਪਾਂ ਦਿਖਾ ਸਕਦੇ ਹਾਂ, ਤਾਂ ਚਾਹੇ ਆਇਲਟਸ ਐਕਸਪਾਇਰ ਹੋ ਗਿਆ ਤਾਂ ਤੁਸੀਂ USA ਟਰਾਈ ਕਰ ਸਕਦੇ ਹੋ, USA ਜਾ ਸਕਦੇ ਹੋ। ਅਗਰ ਪੰਜਾਬ ਬੋਰਡ ਤੋਂ +2 ਕੀਤੀ ਹੋਈ ਹੈ, ਗ੍ਰੈਜੂਏਸ਼ਨ ਜਿਹੜੀ ਹੈਗੀ ਆ, ਤੁਸੀਂ ਲੈਵਲ 1 ਯੂਨੀਵਰਸਿਟੀ ਤੋਂ ਨਹੀਂ ਕੀਤੀ ਜਾਂ ਸੈਕਸ਼ਨ 1 ਯੂਨੀਵਰਸਿਟੀ ਤੋਂ ਨਹੀਂ ਕੀਤੀ, ਤਾਂ ਤੁਸੀਂ ਉੱਥੇ ਜਾ ਸਕਦੇ ਹੋ, USA ਜਾ ਸਕਦੇ ਹੋ। ਦੇਖੋ, ਆਪਾਂ ਇੱਕ ਚੀਜ਼ ਬੜੀ ਕਲੀਅਰ ਕਰ ਰਹਾ ਮੈਂ, ਵਿਦਆਊਟ ਆਇਲਟਸ ਜਾਣਾ ਪੋਸੀਬਲ ਹੈਗਾ, ਪਰ ਵਿਦਆਊਟ ਇੰਗਲਿਸ਼ ਜਾਣਾ ਪੋਸੀਬਲ ਨਹੀਂ ਹੈਗਾ। ਵਿਦਆਊਟ ਆਇਲਟਸ ਜਾ ਸਕਦੇ ਹੋ ਅਗਰ ਇੰਗਲਿਸ਼ ਕਮਾਂਡ ਅੱਛੀ ਹੈ, ਜਿੱਦਾਂ ਕਿ ਇਹਨਾਂ ਨੇ ਆਇਲਟਸ ਕੀਤੀ ਹੈ ਪਹਿਲੇ, ਹਨਾ। ਸਪੀਕਿੰਗ 'ਚ ਕਿੰਨੇ ਬੈਂਡ ਸੀਗੇ ਇਹਨਾਂ ਦੇ, ਅਗਰ ਫੋਨ 'ਚ ਕਨੈਕਟ ਹੈ? ਇਹਨਾਂ ਦੇ 6 ਬੈਂਡ ਸੀ ਓਵਰਆਲ। 6 ਬੈਂਡ ਸਪੀਕਿੰਗ 'ਚ, ਯਾਨੀ ਕਿ ਸਪੀਕਿੰਗ 'ਚ ਵੀ ਅੱਛਾ ਸਕੋਰ ਹੋਏਗਾ ਜੀ। ਬਿਲਕੁਲ। ਸੋ ਸਪੀਕਿੰਗ ਅੱਛੀ ਹੈ, you handle ਕਰ ਸਕਦੇ ਨੇ, ਤਾਂ ਡੈਫੀਨਿਟਲੀ ਇਹਨਾਂ ਨੂੰ USA 'ਚ ਵੀਜ਼ਾ ਮਿਲ ਸਕਦਾ। ਬਿਲਕੁਲ। ਸੋ ਗੈਪ ਬਾਰੇ ਥੋੜਾ ਜਿਹਾ ਪੁੱਛਣਾ ਚਾਹੂੰਗੀ। ਆਸਟ੍ਰੇਲੀਆ, ਇੱਕ ਗੈਪ ਦੀ ਵੀ ਮੈਂ ਗੱਲ ਨੂੰ ਇੱਕ ਵਾਰੀ ਥੋੜਾ ਜਿਹਾ ਸਾਈਡ ਤੇ ਰੱਖੂੰਗੀ। ਆਸਟ੍ਰੇਲੀਆ ਨੂੰ ਰਹਿ ਕੇ ਮਾਰਕੀਟ 'ਚ ਅਕਸਰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਵੀ ਆਸਟ੍ਰੇਲੀਆ ਚੱਲ ਜਾਓ, ਇੱਕ ਤਾਂ ਫੰਡਸ ਤੁਹਾਨੂੰ ਪੁਰਾਣੇ ਸ਼ੋਅ ਕਰਨੇ ਪੈਂਦੇ ਨੇ, ਉੱਤੋਂ ਜੇ ਜਿਹੜਾ ਸਪਾਊਸ ਕੇਸ ਜਾਊਗਾ, ਵਿਆਹ ਵੀ ਉਹਨਾਂ ਨੂੰ ਪੁਰਾਣਾ ਸ਼ੋਅ ਕਰਨਾ ਪੈਂਦਾ। ਸੋ ਕਿੰਨੀ ਕੁ ਸੱਚਾਈ ਹੈਗੀ ਆ, ਵਿਆਹ ਕਿੰਨਾ ਕੁ ਪੁਰਾਣਾ ਆਸਟ੍ਰੇਲੀਆ ਵਾਸਤੇ ਚਾਹੀਦਾ?
ਦੇਖੋ ਇਹ ਚੀਜ਼ ਹੈਗੀ ਹੈ ਕਿ ਲਾਅ ਨਹੀਂ ਹੈ ਵੀ ਵਿਆਹ ਕਿੰਨੀ ਦੇਰ ਪੁਰਾਣਾ ਚਾਹੀਦਾ ਹੈਗਾ, ਬਟ ਹਾਂ ਇੰਨੀ ਚੀਜ਼ ਜ਼ਰੂਰ ਹੈਗੀ ਹੈ ਕਿ ਉਹ ਇਹ ਚੀਜ਼ ਜ਼ਰੂਰ ਦੇਖਦੇ ਨੇ ਕਿ ਅਗਰ 1 ਸਾਲ ਪੁਰਾਣੀ ਮੈਰਿਜ ਹੈ ਤਾਂ ਉਹ ਜੈਨੂਅਨ ਹੋਏਗੀ। ਐਟਲੀਸਟ ਕੁਝ ਸਮਾਂ ਤਾਂ ਇਹਨਾਂ ਨੇ ਐਜ਼ ਅ ਹਸਬੈਂਡ ਵਾਈਫ ਰਹੇ ਨੇ। ਇਦਾਂ ਹੁੰਦਾ ਕਿ ਜ਼ਿਆਦਾਤਰ ਕੇਸਿਸ ਕੀ ਹੁੰਦੇ ਸੀਗੇ ਕਿ ਅੱਜ ਮੈਰਿਜ ਹੋਈ ਹੈ, 2 ਮਹੀਨੇ ਬਾਅਦ ਫਾਈਲ ਲਾ ਦਿੱਤੀ ਹੈ, 1 ਮਹੀਨੇ ਬਾਅਦ ਵੀਜ਼ਾ ਆ ਗਿਆ, ਵਿਆਹ ਤੋਂ 3 ਮਹੀਨੇ ਬਾਅਦ ਦੋਨੋਂ ਜਣੇ ਹਸਬੈਂਡ ਵਾਈਫ ਬਾਹਰ ਚੱਲੇ ਨੇ। ਉੱਥੇ ਕਿਤੇ ਨਾ ਕਿਤੇ ਇੱਕ ਵੀਜ਼ਾ ਆਫਿਸਰ ਨੂੰ ਇਹ ਚੀਜ਼ ਦਾ ਡਾਊਟ ਹੁੰਦਾ ਹੈ ਕਿ ਸ਼ਾਇਦ ਇਹ ਕਿਤੇ ਕੋਈ ਕੰਟਰੈਕਚੁਅਲ ਮੈਰਿਜ ਤਾਂ ਨਹੀਂ ਹੈ, ਜਾਂ ਜਿਹੜੀ ਇਹ ਮੈਰਿਜ ਹੈਗੀ ਆ ਇਹ ਬਾਹਰ ਜਾਣ ਕਰਕੇ ਤਾਂ ਨਹੀਂ ਕੀਤੀ ਗਈ, ਜਿੱਦਾਂ ਜੋ ਐਡਵਰਟਾਈਜ਼ਮੈਂਟਸ ਅਖਬਾਰਾਂ 'ਚ ਜੋ ਚੱਲਦਾ ਪਿਆ ਸੀ ਅਸੀਂ ਖੁਦ ਹੀ ਰੌਲਾ ਪਾਇਆ ਸੀਗਾ। ਬਿਲਕੁਲ ਹਾਂ, ਇਸ ਕਰਕੇ ਇੱਕ ਦੂਜੇ ਨੂੰ ਦੇਖੋ ਦੇਖੀ ਯੂਨੀਵਰਸਿਟੀਜ਼ ਨੇ ਇੱਕ ਪਾਲਿਸੀ ਬਣਾ ਲਈ ਹੈ ਕਿ ਐਟਲੀਸਟ 1 ਈਅਰ 올ਡ ਮੈਰਿਜ ਹੋਏਗੀ, ਦੈਨ ਉਹਨੂੰ ਆਪਾਂ ਜੈਨੂਅਨ ਕੰਸੀਡਰ ਕਰ ਸਕਦੇ ਹਾਂ। ਹਾਲਾਂਕਿ ਇਹ ਨਹੀਂ ਕਿ ਜੈਨੂਅਨ ਜ਼ਰੂਰ ਹੈ ਕਿ ਉਹਨੂੰ ਜੈਨੂਅਨਲੀ ਕੰਸੀਡਰ ਕਰ ਲੈਂਦੇ ਨੇ ਜੀ। ਸੋ ਫੰਡ ਕਿੰਨੇ ਕੁ ਪੁਰਾਣੇ ਚਾਹੀਦੇ ਹੋਣਗੇ ਸਰ ਆਸਟ੍ਰੇਲੀਆ ਵਾਸਤੇ, ਤੇ ਜਿਹੜੇ ਇਨ-ਲਾਜ਼ ਦਾ ਫੰਡ ਹੈ ਉਹ ਵੈਲਿਡ ਹੈਗਾ? ਦੇਖੋ ਇਸ ਤਰ੍ਹਾਂ ਹੈਗਾ, ਇਹ ਡਿਪੈਂਡ ਕਰੂਗਾ ਕਿਹੜੀ ਯੂਨੀਵਰਸਿਟੀ ਅਸੀਂ ਚੂਜ਼ ਕਰ ਰਹੇ ਹਾਂ। ਲੈਵਲ 1 ਯੂਨੀਵਰਸਿਟੀ 'ਚ ਡੈਫੀਨਿਟਲੀ ਇਨ-ਲਾਜ਼ ਦਾ ਫੰਡਸ ਵੀ ਹੋਏਗਾ। ਸੈਕਸ਼ਨ 2 ਲੈਵਲ 2 ਯੂਨੀਵਰਸਿਟੀਜ਼ ਦੀ ਗੱਲ ਕਰੀਏ ਤਾਂ ਉੱਥੇ ਵੀ ਕੁਝ ਹੱਦ ਤੱਕ ਆਪਾਂ ਦਿਖਾ ਸਕਦੇ ਹਾਂ, ਪਰ ਸਾਰੇ ਨਹੀਂ ਦਿਖਾ ਸਕਦੇ ਜੀ। ਬਿਲਕੁਲ ਸਾਰੇ ਫੰਡਸ ਅਗਰ ਜੇਕਰ ਬਿਲਕੁਲ। ਸੋ ਇਹ ਤਾਂ ਆਸਟ੍ਰੇਲੀਆ ਦੇ ਅਸੀਂ ਗੱਲ ਕਰਦੇ ਪਏ, ਲੇਕਿਨ ਜਿੱਦਾਂ ਮੈਂ ਸਟਾਰਟਿੰਗ ਪ੍ਰੋਗਰਾਮ ਦੀ ਇੱਕ ਗੱਲ ਕਹੀ ਸੀ, ਜਦੋਂ ਮੈਂ ਭੂਮਿਕਾ ਬੰਨੀ ਸੀ ਪ੍ਰੋਗਰਾਮ ਦੀ, ਕਿ ਪਹਿਲੀ ਪੌੜੀ ਹੁੰਦੀ ਹੈ ਸਟੱਡੀ ਵੀਜ਼ਾ ਲੈਣਾ। ਸੋ ਵੀਜ਼ਾ ਲੈ ਕੇ ਉਸ ਤੋਂ ਬਾਅਦ ਬਹੁਤ ਸਾਰੀਆਂ ਪੌੜੀਆਂ ਅੱਗੇ ਚੜ੍ਹਨਾ ਹੁੰਦਾ। ਮਤਲਬ ਮੈਂ ਕਹਾਂ ਤੇ 100 ਚੋਂ 90% ਬੱਚੇ ਆ ਉਹਨਾਂ ਦਾ ਭਵਿੱਖ ਇਹ ਹੈ ਕਿ ਉਹਨਾਂ ਨੇ ਵਿਦੇਸ਼ ਜਾ ਕੇ ਸੈਟਲ ਹੋਣਾ ਹੈ। ਸੋ ਸੈਟਲ ਹੋਣ 'ਚ ਬੱਚੇ ਨੂੰ ਬਹੁਤ ਸਾਰੀ ਪ੍ਰੋਬਲਮ ਹੁੰਦੀ ਹੈ, ਲੇਕਿਨ ਹੁਣ ਗੱਲਾਂ ਇਹ ਸੁਣਦੇ ਪਏ ਆ ਵੀ ਆਸਟ੍ਰੇਲੀਆ ਜਿਹੜਾ ਬੱਚਾ ਜਾਊਗਾ ਉਹ PR ਹੋ ਹੀ ਨਹੀਂ ਸਕਦਾ, ਤੇ ਜੇ PR ਹੁੰਦਾ ਵੀ ਹੈ ਤਾਂ ਬਹੁਤ ਲੰਬਾ ਪ੍ਰੋਸੈਸ ਹੋ ਜਾਂਦਾ ਹੈ। ਸੋ ਕੀ ਕਹੋਗੇ, ਅਫਵਾਹਾਂ ਨੇ, ਸੱਚਾਈ ਹੈ, ਅਸਲ ਪੱਖ ਕੀ ਰੱਖਦੇ ਹੋ ਇਹਦਾ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਕ ਆਪਾਂ ਨੂੰ ਆਪਣੀ ਆਮ ਜ਼ਿੰਦਗੀ ਦੀ ਉਦਾਹਰਨ ਦੇ ਵਿੱਚੋਂ ਆਪਾਂ ਇਹਨੂੰ ਲੈ ਲੈਂਦੇ ਹਾਂ ਇਸ ਚੀਜ਼ ਨੂੰ, ਠੀਕ ਹੈ। ਤੁਸੀਂ ਜੇਕਰ ਜਾਣਾ ਕਿਤੇ, ਸਮਝ ਲਓ ਤੁਸੀਂ 5-6 ਕਿਲੋਮੀਟਰ ਦੂਰ ਕਿਸੇ ਥਾਂ ਤੇ ਜਾਣਾ, ਜੇ ਤਾਂ ਤੁਹਾਨੂੰ ਉਸ ਰਸਤੇ ਦਾ ਪਤਾ ਹੋਊਗਾ ਤਾਂ ਤੁਸੀਂ ਸ਼ਾਇਦ ਹੋ ਸਕਦਾ 5-6 ਕਿਲੋਮੀਟਰ 10-15 ਮਿੰਟ ਦੇ ਵਿੱਚ ਹੀ ਕਵਰ ਕਰ ਲਓਗੇ, ਠੀਕ ਹੈ। ਜੇ ਤੁਹਾਨੂੰ ਉਸ ਰਸਤੇ ਦਾ ਨਹੀਂ ਪਤਾ ਹੋਊਗਾ, ਹੋ ਸਕਦਾ ਤੁਸੀਂ 2 ਘੰਟੇ 'ਚ ਪਹੁੰਚੋ, 3 ਘੰਟੇ 'ਚ ਪਹੁੰਚੋ, ਔਰ ਇਹ ਵੀ ਹੋ ਸਕਦਾ ਤੁਸੀਂ ਪਹੁੰਚੇ ਨਾ, ਤੁਸੀਂ ਗਲਤ ਰਸਤੇ ਪੈ ਜਾਓ। ਬਿਲਕੁਲ ਬਿਲਕੁਲ, ਠੀਕ ਹੈ, ਗਲਤ ਰਸਤੇ ਪੈ ਗਏ। ਤਾਂ ਇਹ ਟੋਟਲੀ ਰਿਲੇਟਡ ਹੈਗਾ ਆਸਟ੍ਰੇਲੀਆ ਦੇ PR ਦੇ ਨਾਲ। ਜੇ ਤਾਂ ਬੱਚੇ ਨੂੰ ਸਟਾਰਟਿੰਗ ਤੋਂ ਇੱਕ ਅੱਛਾ ਕੰਸਲਟੈਂਟ, ਇੱਕ ਅੱਛਾ ਮੈਂ ਕਹੂੰਗਾ ਇੱਕ ਇਮੀਗ੍ਰੇਸ਼ਨ ਏਜੰਟ ਮਿਲ ਜਾਂਦਾ, ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟ ਮਿਲ ਜਾਂਦਾ, ਜਿਹੜਾ ਬੱਚੇ ਨੂੰ ਉਹ ਕੋਰਸ ਲੈਣ 'ਚ ਉਹਨੂੰ ਗਾਈਡ ਕਰਦਾ ਕਿ ਇਹ ਕੋਰਸ ਲੈ ਲੈ, ਇਸ ਕੋਰਸ 'ਚ ਬੇਸ ਦੇ ਉੱਤੇ ਤੈਨੂੰ ਆਹ ਪਰਮਾਨੈਂਟ ਰੈਜ਼ੀਡੈਂਸੀ ਮਿਲ ਸਕਦੀ ਆ, ਤਾਂ ਉਹ ਪਰਮਾਨੈਂਟ ਰੈਜ਼ੀਡੈਂਸੀ ਵੀ ਮਿਲੇਗੀ ਔਰ ਬਹੁਤ ਹੀ ਘੱਟ ਟਾਈਮ 'ਚ ਮਿਲੇਗੀ। ਮਤਲਬ ਮਿਲ ਜਾਊਗੀ, ਕੋਈ ਪ੍ਰੋਬਲਮ ਨਹੀਂ ਹੈਗੀ। ਆਸਟ੍ਰੇਲੀਆ ਜਿਹੜਾ ਬੱਚਾ ਅੱਜ ਦੀ ਤਰੀਕ 'ਚ ਵੀ ਜਾਂਦਾ ਹੈ, ਉਹ ਰਿਊਮਰ ਹੈ। ਮੈਂ ਉਹ ਐਗਜ਼ਾਮਪਲ ਸਿਰਫ ਇਸੇ ਕਰਕੇ ਦਿੱਤੀ ਹੈ, ਜੇਕਰ ਤੁਹਾਨੂੰ ਰਸਤਾ ਪਹਿਲੇ ਪਤਾ ਹੋਏਗਾ, ਜੇਕਰ ਤੁਹਾਨੂੰ ਪਹਿਲੇ ਪਤਾ ਹੋਊਗਾ ਕਿ ਮੈਂ ਇੱਥੇ ਪਹੁੰਚਣਾ ਹੈਗਾ ਤਾਂ ਇਹ ਰਸਤਾ ਹੈਗਾ ਤਾਂ ਇੰਨੀ ਦੇਰ 'ਚ ਪਹੁੰਚਣਾ, ਕੋਈ ਪ੍ਰੋਬਲਮ ਹੀ ਨਹੀਂ ਹੈ। ਜੇ ਤੁਹਾਨੂੰ ਪਤਾ ਹੀ ਨਹੀਂ ਆ, ਮੰਜ਼ਿਲ ਜ਼ਰੂਰ ਪਤਾ ਕਿ PR ਹੈ, ਪਰ ਤੁਹਾਨੂੰ ਰਸਤਾ ਨਹੀਂ ਪਤਾ, ਤਾਂ ਫਿਰ ਡੈਫੀਨਿਟਲੀ ਫਿਰ ਤੁਸੀਂ ਭਟਕ ਕੇ ਜਾਓਗੇ। ਬਿਲਕੁਲ। ਸੋ ਸਾਡੇ ਦਰਸ਼ਕਾਂ ਨੂੰ ਦੱਸ ਦਈਏ ਵੀ ਅਫਵਾਹਾਂ ਤੋਂ ਬਚੋ। ਜੇਕਰ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, PR ਹੋਣਾ ਚਾਹੁੰਦੇ ਹੋ, ਤਾਂ ਵੀਜ਼ਾ ਕਾਉਂਸਲ ਦੇ ਦਰਵਾਜ਼ੇ ਤੇ ਪਹੁੰਚ ਜਾਓ। ਸੋ ਹੈਲਪ ਕਰੋਗੇ ਬੱਚਿਆਂ ਦੀ ਤੁਸੀਂ? ਬਿਲਕੁਲ ਜੀ, ਬਿਲਕੁਲ। ਨਾ ਸਿਰਫ ਇੱਥੇ ਸਟੂਡੈਂਟ ਵੀਜ਼ਾ 'ਚ ਬਲਕਿ ਉੱਥੇ ਵੀ ਪੋਸਟ ਸਟੱਡੀ ਵਰਕ ਵੀਜ਼ਾ, ਇੰਟਰਨਸ਼ਿਪ ਦੀ ਗੱਲ ਕਰੀਏ, ਜਾਂ ਉਸ ਤੋਂ ਬਾਅਦ ਆਪਾਂ ਪਰਮਾਨੈਂਟ ਰੈਜ਼ੀਡੈਂਸੀ ਛੱਡੋ, ਸਿਟੀਜ਼ਨਸ਼ਿਪ ਤੱਕ ਆਪਾਂ ਬੱਚਿਆਂ ਨੂੰ ਰਜਿਸਟ ਕਰਦੇ ਹਾਂ। ਬਿਲਕੁਲ। ਸੋ ਨਵਜੀਤ ਜੀ ਲਾਈਵ ਹੈਗੇ ਆ, ਕਤਾਰ ਬਹੁਤ ਲੰਬੀ ਲੱਗੀ ਹੋਈ ਹੈ। ਸੋ ਇੱਕ ਹੋਰ ਦਰਸ਼ਕ ਦਾ ਕਾਲ ਲੈ ਲੈਂਦੇ ਆ, ਉਹਨਾਂ ਤੋਂ ਸਵਾਲ ਵੀ ਜਾਣ ਲੈਂਦੇ ਆ। ਸੋ ਨੈਕਸਟ ਕਾਲਰ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਮੈਡਮ ਮੇਰਾ ਨਾਮ ਪ੍ਰਿਤਪਾਲ ਸਿੰਘ ਹੈ ਜੀ। ਸਵਾਲ ਕੀ ਹੈ ਜੀ? ਮੈਡਮ ਮੈਂ ਸਭ ਤੋਂ ਪੁੱਛਣਾ ਚਾਹੁੰਦਾ ਸੀਗਾ ਕਿ ਮੈਂ BCom ਕੀਤੀ ਹੋਈ ਹੈ ਜੀ, ਕਦੋਂ ਕੀਤੀ ਹੈ? ਮੇਰੇ ਮਾਰਕਸ ਨੇ। ਹੈਲੋ BCom ਸਰ ਕਿਹੜੇ ਸੈਸ਼ਨ 'ਚ ਕੰਪਲੀਟ ਕੀਤੀ ਹੈ ਤੁਸੀਂ? ਮੈਮ ਰੀਸੈਂਟਲੀ ਕੰਪਲੀਟ ਕੀਤੀ ਹੈ 20 ਦੇ ਵਿੱਚ। ਠੀਕ ਹੈ ਜੀ। ਨੰਬਰ ਕਿੰਨੇ ਨੇ? ਮੈਮ 70% ਨੰਬਰ ਨੇ। ਠੀਕ ਹੈ ਜੀ। ਆਇਲਸ ਔਰ PT ਕੁਝ ਕੀਤਾ? ਹਾਂਜੀ ਮੈਮ, ਮੈਂ ਮਾਸਟਰ ਆਇਲਸ ਕੀਤੀ ਹੈ 7 ਬੈਂਡ ਦੇ ਨਾਲ, 30 ਮੋਡਿਊਲ। ਠੀਕ ਹੈ ਜੀ, ਠੀਕ ਹੈ। ਸੋ ਸਵਾਲ ਕੀ ਹੈ ਜੀ? ਮੈਮ ਮੈਂ ਮਾਸਟਰਸ ਪ੍ਰੋਗਰਾਮ ਲਈ ਅਪਲਾਈ ਕੀਤਾ ਸੀਗਾ ਮੈਲਬਰਨ ਦੇ ਵਿੱਚ। ਓਕੇ। ਔਰ ਮੇਰਾ ਰਿਫਿਊਜ਼ਲ ਆ ਗਿਆ ਹੈਗਾ। ਮੈਂ ਸਭ ਤੋਂ ਪੁੱਛਣਾ ਚਾਹੁੰਦਾ ਕਿ ਮੇਰੇ ਪ੍ਰੋਫਾਈਲ ਦੇ ਵਿੱਚ ਕੀ ਕਮੀ ਸੀ ਜਿਹਦੇ ਕਰਕੇ ਮੇਰਾ ਰਿਫਿਊਜ਼ਲ ਹੋ ਗਿਆ। ਓਕੇ ਜੀ। ਪ੍ਰੋਫਾਈਲ ਸਰ ਜਿੱਦਾਂ ਪਹਿਲਾਂ ਜੀ, ਜਿੱਦਾਂ ਪਹਿਲਾਂ ਗੱਲ ਕੀਤੀ ਸੀ SGS ਕੈਟਾਗਰੀ ਵਾਲੇ, ਉੱਥੇ ਥੋੜੀ ਕੈਨੇਡਾ ਨਾਲ ਮੈਚ ਹੋ ਗਈ ਸੀ ਗੱਲ, ਹੁਣ ਇਹ ਬੱਚੇ ਦਾ ਰਿਫਿਊਜ਼ ਹੋ ਗਿਆ। ਸੋ ਕਾਰਨ, ਤੇ ਇੱਕ ਗੱਲ ਇੱਥੇ ਵੀ, ਆਸਟ੍ਰੇਲੀਆ ਜਦੋਂ ਬੱਚਾ ਰਿਫਿਊਜ਼ ਹੋ ਜਾਂਦਾ ਹੈ ਤੇ ਦੁਬਾਰਾ ਅਪਲਾਈ ਕਰ ਸਕਦਾ ਹੈ ਆਸਟ੍ਰੇਲੀਆ ਵਾਸਤੇ?
ਇਹਨਾਂ को पूछो, बच्चे को पूछो रिफ्यूजल ਦਾ ਰੀਜ਼ਨ ਕੀ ਦਿੱਤਾ ਉਹਨਾਂ ਨੇ ਜੀ। ਜੀ ਰਿफ्यूजल ਦਾ ਰੀਜ਼ਨ ਕੀ ਹੈ ਜੀ ਤੁਹਾਡਾ? ਜੀ ਸੰਪਰਕ call ਸਰ ਕਰਿਓ, student? ਜਾਣਕਾਰੀ ਅਧੂਰੀ ਹੈ, ਕਾਲ ਵਿੱਚ ਡਿਸਕਨੈਕਟ ਹੋ ਗਿਆ। ਓਕੇ, ਐਕਚੁਅਲੀ ਕੇਸ ਦਾ ਪ੍ਰੋਫਾਈਲ ਤਾਂ ਬਹੁਤ ਅੱਛਾ ਸੀਗਾ, ਪਰ ਇਹ ਰਿਫਿਊਜ਼ਲ ਕੀ ਹੈ, ਮੈਂ ਤੁਹਾਨੂੰ ਸਹੀ ਗੱਲ ਦੱਸਦਾ ਜੀ। ਰਿਫਿਊਜ਼ਲ ਦਾ ਆਪਾਂ ਸਟਾਰਟਿੰਗ 'ਚ ਵੀ ਤੁਸੀਂ ਟੌਪਿਕ ਛੇੜਿਆ ਸੀਗਾ ਇਨ ਦ ਸਟਾਰਟ ਆਫ ਦਿਸ ਸ਼ੋ। ਰਿਫਿਊਜ਼ਲ ਦਾ ਕਾਰਨ ਬਹੁਤ ਸਾਰੇ ਕਾਰਨ ਹੈਗੇ ਨੇ ਜਿਨ੍ਹਾਂ ਕਰਕੇ ਰਿਫਿਊਜ਼ਲਾਂ ਹੁੰਦੀਆਂ ਨੇ। ਜ਼ਿਆਦਾਤਰ ਮੈਂ ਤਾਂ ਗਿਣਦਾ ਕਿ ਏਜੰਟ ਦੀ ਇਨਕੰਪੀਟੈਂਸੀ ਕਹਿ ਸਕਦੇ ਹੈਗੇ ਆ, ਜਿਹਦੇ 'ਚ ਕਿ ਇੱਕ ਜੀਟੀ ਡਾਕੂਮੈਂਟ ਹੈ ਜਿਹੜਾ ਕਿ ਮੈਂਡੇਟਰੀ ਡਾਕੂਮੈਂਟ ਹੈ, ਜਿਹਦੇ 'ਚ ਇੱਕ ਡਾਕੂਮੈਂਟ ਬੱਚੇ ਵਾਲੇ ਪਾਸੇ ਲੱਗਦਾ ਹੈ। ਉਹਦੇ 'ਚ ਬੱਚੇ ਨੂੰ ਆਪਣੇ ਆਪ ਨੂੰ ਐਕਸਪਲੇਨ ਕਰਨਾ ਹੁੰਦਾ ਹੈ ਕਿ ਮੈਂ ਇਹ ਕਰਨ ਜਾ ਰਿਹਾ, ਇਹ ਮੇਰੀ ਇੰਟੈਂਸ਼ਨ ਹੈ ਤੇ ਮੈਂ ਜੈਨੂਇਨ ਆ। ਜਿੱਦਾਂ ਫॉर ਐਗਜ਼ਾਮਪਲ ਇਹ ਹੈ ਨਾ ਕਿ ਉਹਨਾਂ ਨੇ ਹਰ ਇੱਕ ਬੰਦਾ ਕਹਿੰਦੇ ਕਿ ਹਰ ਇੱਕ ਜਿਹੜਾ ਇੱਕ ਕ੍ਰਿਮੀਨਲ ਤਦ ਤੱਕ ਕ੍ਰਿਮੀਨਲ ਹੈ ਜਦ ਤੱਕ ਉਹ ਆਪਣੇ ਆਪ ਨੂੰ ਬੇਕਸੂਰ ਸਾਬਤ ਨਹੀਂ ਕਰਨਾ, ਠੀਕ ਹੈ, ਇਹ ਹੁੰਦਾ ਨਾ ਲਾਅ ਦੇ ਵਿੱਚ। ਸੋ ਉਹਦੇ 'ਚ ਹੈ ਕਿ ਉਹ ਹਰ ਇੱਕ ਬੰਦੇ ਨੂੰ ਨਿਗਰਾ ਦੇਖਦੇ ਹੋ, ਹਰ ਇੱਕ ਬੰਦਾ, ਹਰ ਇੱਕ ਐਪਲੀਕੈਂਟ, ਹਰ ਇੱਕ ਸਟੂਡੈਂਟ ਇਨਜੈਨੂਇਨ ਹੈ ਉਹਨਾਂ ਵਾਸਤੇ, ਜਦ ਤੱਕ ਉਹ ਬੱਚਾ ਆਪ ਪ੍ਰੂਵ ਨਹੀਂ ਕਰਦਾ ਜਾਂ ਆਪ ਆਪਣੀ ਐਕਸਪਲੇਨੇਸ਼ਨ ਨਹੀਂ ਦਿੰਦਾ ਕਿ ਮੈਂ ਜੈਨੂਇਨ ਆ, ਮੈਂ ਇਸ ਕਰਕੇ ਵਾਲਾ ਕੋਰਸ ਕਰ ਰਿਹਾ। ਉਹ ਡਾਕੂਮੈਂਟ ਜਿਹੜਾ ਹੈ ਜਿਹਦੇ 'ਚ ਆਪਣੀ ਐਕਸਪਲੇਨੇਸ਼ਨ ਦਿੰਦਾ, ਉਹ ਜੀਡੀ ਡਾਕੂਮੈਂਟ ਹੈ ਬੇਸਿਕਲੀ। ਹੁਣ ਇਹਦੇ ਬਿਹਾਫ ਦੇ ਉੱਤੇ ਵੀਜ਼ਾ ਆਫਿਸਰ ਡਿਸਾਈਡ ਕਰਦਾ ਹੈ ਕਿ ਇਹ ਬੱਚਾ ਜੈਨੂਇਨ ਹੈ ਕਿ ਜੈਨੂਇਨ ਨਹੀਂ ਹੈ। ਹੁਣ ਹੁੰਦਾ ਕੀ ਹੈ, ਬਹੁਤ ਸਾਰੇ ਏਜੰਟਸ ਜਾਂ ਕੰਸਲਟੈਂਟ ਜਿਹੜੇ ਹੈਗੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਇਸ ਬਾਰੇ ਕਿੰਨਾ ਕੁ ਹੈ। ਕੋਈ ਇੱਕ ਪੇਜ ਦੀ ਐਸਓਪੀ ਲਿਖ ਕੇ ਭੇਜ ਦਿੰਦਾ, ਕੋਈ 2 ਪੇਜ ਦੀ ਲਿਖ ਦਿੰਦਾ। ਜੋ ਫੈਕਟਰਸ ਹੈਗੇ, ਜੋ ਵੀਜ਼ਾ ਆਫਿਸਰ ਸਮਝਣਾ ਚਾਹੁੰਦਾ ਹੈ, ਜੋ ਵੀਜ਼ਾ ਆਫਿਸਰ ਬੱਚੇ ਕੋਲੋਂ ਪੁੱਛਣਾ ਚਾਹੁੰਦਾ ਹੈ, ਵੀ ਉਹਦੀ ਐਕਸਪਲੇਨੇਸ਼ਨ 'ਚ ਦੇਖਣਾ ਚਾਹੁੰਦਾ ਵੀ ਉਹ ਜੈਨੂਇਨ ਹੈ। ਉਹ ਮਤਲਬ ਸਾਡੇ ਕੋਲ ਨਵਜੀਤ ਜੀ ਸਮਾਂ ਜਿਹੜਾ ਬਹੁਤ ਘੱਟ ਹੈਗਾ, ਸਵਾਲ ਮੇਰੇ ਕੋਲ ਵੀ ਬਹੁਤ ਸਾਰੇ ਨੇ, ਕਤਾਰ ਦਰਸ਼ਕਾਂ ਦੀ ਬਹੁਤ ਲੰਬੀ ਲੱਗੀ ਹੋਈ ਹੈ ਜੀ। ਸੋ ਦਰਸ਼ਕ ਤੁਹਾਡੇ ਕੋਲ ਆਵੇ, ਦਰਸ਼ਕ ਦਾ ਵੀਜ਼ਾ ਲਵਾ ਦੋਗੇ? ਜੀ ਬਿਲਕੁਲ ਜੀ। ਇਹ ਜੀਡੀ ਡਾਕੂਮੈਂਟ ਹੈ ਸਾਡੀ ਕੰਪਨੀ ਦਾ, ਮੈਂ ਤੁਹਾਨੂੰ ਦੱਸਦਾ ਜੋ ਅਸੀਂ ਲਗਾਉਂਦੇ ਹਾਂ ਨੋਰਮਲੀ। ਇਹ 1 ਪੇਜ, ਇਹ 2 ਪੇਜ, ਇਹ 3 ਪੇਜ ਜੀ। ਸੋ ਸਮਾਂ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦਾ ਹੋ ਗਿਆ ਜੀ, ਸਮਾਂ ਵਾਈਂਡ ਅਪ ਕਰਨ ਦਾ ਹੋ ਗਿਆ। ਸੋ ਇੱਥੇ ਸਿਰਫ ਇੱਕ ਸਵਾਲ ਕਰਨਾ ਚਾਹੂੰਗੀ ਕਿ ਡਿਫਰੈਂਟ ਤੁਹਾਡੀ ਕੰਪਨੀ 'ਚ ਕੀ ਹੈਗਾ ਬਾਕੀ ਕੰਪਨੀਆਂ ਨਾਲੋਂ? ਬਹੁਤ ਘੱਟ ਸ਼ਬਦਾਂ ਜਵਾਬ। ਸਭ ਤੋਂ ਪਹਿਲੇ ਜੀ ਕੰਪੀਟੈਂਸੀ ਜੀ, ਬਿਲਕੁਲ ਜੀ। ਇਸੇ ਕਰਕੇ ਨਾ ਸਿਰਫ ਇੰਡੀਆ 'ਚ, ਨਾ ਸਿਰਫ ਪੰਜਾਬ 'ਚ, ਬਲਕਿ ਵਰਲਡ ਤੋਂ 12-15 ਕੰਟਰੀਜ਼ ਤੱਕ ਜਿਹੜੇ ਐਪਲੀਕੈਂਟਸ ਸਾਡੇ ਕੋਲ ਆਉਂਦੇ ਨੇ ਜੀ। ਬਿਲਕੁਲ। ਸੋ ਨਵਜੀਤ ਜੀ, ਬੇहद ਖਾਸ ਜਾਣਕਾਰੀ ਤੁਸੀਂ ਅੱਜ ਸਾਡੇ ਨਾਲ ਸਾਂਝੀ ਕੀਤੀ, ਆਪਣੇ ਬੇਸ਼ਕੀਮਤੀ ਰੁਝੇਵੇਂ 'ਚੋਂ ਸਾਨੂੰ ਸਮਾਂ ਦਿੱਤਾ। ਸੋ ਤੁਹਾਡਾ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਜੀ। ਸੋ ਵੇਲਾ ਹੋ ਗਿਆ ਜਾਣ ਦਾ, ਹੁਣ ਤੁਸੀਂ ਰੱਖੋ ਆਪਣਾ ਧਿਆਨ ਤੇ ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਸਤਿ ਸ਼੍ਰੀ ਅਕਾਲ।